श्री वाहिगुरु। मन चाओ पया प्रभ आगम सुनिया, मन चाओ पया प्रभ आगम सुनिया। हर मंगल गाओ सखी गृह मंदिर बनिया। हर गाओ मंगल नित सखिए, सोग दुख ना व्यापे। गुर चरण लागे दिन सुभागे, अपना पिर जापे। अनहत बाणी गुर शब्द जानी, हर नाम हर रस भोगो। कहे नानक प्रभ आप मिलिया, करन कारण जोगो। वाहिगुरु 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 जुगो जुग अटल चावर छत्र तख्तां दे मालक, गुरता गद्दी ते विराजमान शब्द अवतार, धन धन श्री गुरु ग्रंथ साहिब महाराज जी की पावन और पवित्र हजूरी दे विच आप संगतां जुड़ बैठ करके हरि जस कीर्तन पहला सुखमनी साहिब के पाठ आप जी ने सरवण किए, जो गुरु हरगोबिंद पातशाह महाराज जी के प्रकाश दिहाड़े नूं मुख रखदियां होइयां संगतां ने काफ़ी समय तो
ਕਈ ਰੋਜ਼ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕੀਤੇ ਸਨ ਇਸ ਅਸਥਾਨ ਦੇ ਉੱਤੇ, ਜੋ ਅੱਜ ਸੰਪੂਰਨਤਾਈ ਭੋਗ ਪਏ ਹਨ। ਭਾਵੇਂ ਅੱਜ ਦੇ ਦਿਨ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ 1984 ਦੇ ਵਿੱਚ ਬਹੁਤ ਵੱਡਾ ਘੱਲੂਘਾਰਾ ਹੋਇਆ, ਜਿਸ ਦੇ ਵਿੱਚ ਸਾਧ ਸੰਗਤ ਜ਼ਾਲਮ ਸਰਕਾਰਾਂ ਵੱਲੋਂ ਕਈ ਸਿੱਖਾਂ ਨੂੰ, ਸਿੰਘਣੀਆਂ ਨੂੰ ਔਰ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਜਿਸ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮੁਖੀ ਦਮਦਮੇ ਟਕਸਾਲ, ਜਿਨ੍ਹਾਂ ਨੇ ਉਸ ਵੇਲੇ ਸ਼ਹੀਦੀ ਪ੍ਰਾਪਤ ਕੀਤੀ, ਤਾਂ ਸਾਧ ਸੰਗਤ ਉਸ ਸਮੇਂ ਨੂੰ ਵੀ ਯਾਦ ਕਰਦਿਆਂ ਹੋਇਆਂ ਬਹੁਤ ਸਾਰੀਆਂ ਸੰਗਤਾਂ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਦੇ ਦਿਨ ਨਤਮਸਤਕ ਹੋ ਰਹੀਆਂ ਹਨ। ਔਰ ਅੱਜ ਦੇ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਸੰਗਤਾਂ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਿੱਥੇ ਤੱਕ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਨੇ, ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਉਂਦੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਸਾਧ ਸੰਗਤ ਆਪਣੀ ਨਿਮਰਤਾ ਦੇ ਨਾਲ ਮਿੱਠੀ ਮਿੱਠੀ ਬਾਣੀ ਉਚਾਰਨ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਅਤੇ ਸਾਧ ਸੰਗਤਾਂ ਦੇ ਹਰਮਨ ਪਿਆਰੇ ਹੋਣ ਕਰਕੇ ਔਰ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ। ਕਿਉਂਕਿ ਤਖਤ ਵਹਿ ਤਖਤ ਕੀ ਲਾਇਕ, ਤਖਤ ਦੇ ਉੱਤੇ ਉਹ ਬਹਿੰਦਾ ਹੈ ਜਿਹੜਾ ਤਖਤ ਦੇ ਲਾਇਕ ਹੁੰਦਾ ਹੈ। ਨਹੀਂ ਤਾਂ ਸਾਧ ਸੰਗਤ ਪ੍ਰਿਥੀ ਚੰਦ ਨੇ ਬੜਾ ਵਿਰੋਧ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਨੂੰ ਹਾਸਲ ਕਰਨ ਵਾਸਤੇ, ਪਰ ਜਿਹੜੀ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਨਿਮਰਤਾ ਦੇ ਨਾਲ ਹਾਸਲ ਕੀਤੀ ਸੀ, ਉਹ ਨਿਮਰਤਾ ਪ੍ਰਿਥੀ ਚੰਦ ਦੇ ਅੰਦਰ ਨਹੀਂ ਸੀ। ਇੱਕ ਪਾਸੇ ਹੰਕਾਰ ਹੈ, ਇੱਕ ਪਾਸੇ ਸਾਧ ਸੰਗਤ ਹਿਰਦੇ ਦੇ ਵਿੱਚ ਅੱਗ ਬਲ ਰਹੀ ਹੈ, ਦੂਜੇ ਪਾਸੇ ਨਿਮਰਤਾ ਹੈ। ਦੂਜੇ ਪਾਸੇ ਸਾਧ ਸੰਗਤ ਠੰਡਕ ਹੈ। ਉਸ ਠੰਡਕ ਨੇ, ਉਸ ਨਿਮਰਤਾ ਨੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਾਸਲ ਕੀਤੀ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਕਰਕੇ 5ਵੇਂ ਗੁਰੂ ਥਾਪ ਦਿੱਤਾ, ਜਿਸ ਦਾ ਵਿਰੋਧ ਪ੍ਰਿਥੀ ਚੰਦ ਨੇ ਬੜਾ ਕੀਤਾ। ਕਿਉਂਕਿ ਵੱਡਾ ਭਾਈ ਸੀ, ਵੱਡਾ ਭਾਈ ਹੋਣ ਕਰਕੇ ਬੜਾ ਅੰਦਰ ਹੰਕਾਰ ਸੀ, ਸ਼ਾਇਦ ਗੁਰਤਾ ਗੱਦੀ ਮੈਨੂੰ ਹਾਸਲ ਹੋ ਜਾਂਦੀ, ਪਰ ਉਹ ਨਿਮਰਤਾ ਅੰਦਰ ਨਹੀਂ ਸੀ ਜਿਸ ਨਿਮਰਤਾ ਦੇ ਨਾਲ ਗੁਰਤਾ ਗੱਦੀ ਹਾਸਲ ਕਰਨੀ ਸੀ। ਉਹ ਗੁਣ ਅੰਦਰ ਨਹੀਂ ਸਨ ਪ੍ਰਿਥੀ ਚੰਦ ਦੇ। ਅਤੇ ਸਾਧ ਸੰਗਤ ਹੁਣ ਪ੍ਰਿਥੀ ਚੰਦ ਦਾ ਬੜਾ ਵਿਰੋਧ ਹੈ ਗੁਰੂ ਅਰਜਨ ਦੇਵ ਜੀ ਦੇ ਨਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਹਿਲੇ ਮਹਿਲ ਰਾਮ ਕੌਰ ਜੀ, ਸ਼੍ਰੀ ਰਾਮ ਕੌਰ ਜੀ ਭਾਵੇਂ ਆਪਣੇ ਸਰੀਰ ਨੂੰ ਤਿਆਗ ਦਿੱਤਾ, ਉਹਨਾਂ ਦੇ ਤਿਆਗਣ ਤੋਂ ਬਾਅਦ ਸਿੱਖਾਂ ਸੰਗਤਾਂ ਨੇ, ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਮੁਖੀ ਗੁਰਸਿੱਖਾਂ ਨੇ ਬੜੀ ਆ ਕਰਕੇ ਸ਼ਰਧਾ ਦੇ ਨਾਲ, ਨਿਮਰਤਾ ਦੇ ਨਾਲ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਇੱਕ ਵਿਆਹ ਹੋਰ ਰਚਨਾ ਕਰੋ, ਕਿਉਂਕਿ ਗ੍ਰਸਥ ਜੀਵਨ ਬੜਾ ਜ਼ਰੂਰੀ ਹੈ। ਗ੍ਰਸਥ ਜੀਵਨ ਹੋਵੇਗਾ, ਅੱਗੇ ਸੰਤਾਨ ਹੋਵੇਗੀ, ਅੱਗੇ ਗੁਰਤਾ ਗੱਦੀ ਦਾ ਹੱਕਦਾਰ ਅੱਗੇ ਪੈਦਾ ਹੋਵੇਗਾ। ਅਤੇ ਸਾਧ ਸੰਗਤ ਉਸ ਵੇਲੇ ਪ੍ਰਿਥੀ ਚੰਦ ਦਾ ਭਾਵੇਂ ਵਿਰੋਧ ਬੜਾ ਜ਼ਿਆਦਾ ਹੋਣ ਕਰਕੇ ਔਰ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੇ ਨਾਲ ਵਿਆਹ ਰਚਨਾ ਕੀਤਾ। ਵਿਆਹ ਰਚਨ ਤੋਂ ਬਾਅਦ ਕਾਫੀ ਸਮਾਂ ਬਤੀਤ ਹੋ ਗਿਆ। ਸਮਾਂ ਬੀਤਦਾ ਗਿਆ ਅਤੇ ਸਾਧ ਸੰਗਤ ਬੜੀਆਂ ਭੇਟਾਵਾਂ ਸਿੱਖ ਸੰਗਤਾਂ ਵੱਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭੇਂਟ ਕੀਤੀਆਂ ਗਈਆਂ। ਬੜੀ ਖੁਸ਼ੀ ਹੋਈ ਸੰਗਤਾਂ ਦੇ ਵਿੱਚ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਗ੍ਰਸਥ ਜੀਵਨ ਦੇ ਵਿੱਚ ਦੁਬਾਰਾ ਆ ਗਏ ਹਨ। ਅਤੇ ਸਾਧ ਸੰਗਤਾਂ ਵੱਲੋਂ ਬੜੀਆਂ ਭੇਟਾਵਾਂ, ਕੀਮਤੀ ਪੁਸ਼ਾਕਾਂ ਜਿਹੜੀਆਂ ਸਨ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੀਆਂ ਜਾਂਦੀਆਂ, ਜਿਨ੍ਹਾਂ ਨੂੰ ਦੇਖ ਕੇ ਪ੍ਰਿਥੀ ਚੰਦ ਬੜਾ ਅੱਗ ਬਬੂਲਾ ਹੁੰਦਾ। ਔਰ ਸਮਾਂ ਆਇਆ, ਸਮਾਂ ਬੀਤਦਾ ਗਿਆ, ਅੱਗੇ ਬਰਸਾਤਾਂ ਦਾ ਸਮਾਂ ਆਇਆ। ਬਰਸਾਤ ਦਾ ਸਮਾਂ ਆਉਣ ਤੋਂ ਪਹਿਲਾਂ ਮਾਤਾ ਗੰਗਾ ਜੀ ਨੇ ਆਪਣੇ ਜਿਹੜੀਆਂ ਕੀਮਤੀ ਪੁਸ਼ਾਕਾਂ ਸਨ, ਪਸ਼ਮੀਨੇ ਦੀਆਂ ਮਖਮਲੀ ਪੁਸ਼ਾਕਾਂ ਸਨ ਜਿਹੜੀਆਂ, ਉਹਨਾਂ ਨੂੰ ਸਾਧ ਸੰਗਤ ਕੱਢ ਕੇ ਧੁੱਪ ਲਵਾਉਣਾ ਕੀਤੀ
ਜਦੋਂ ਧੁੱਪ ਲਵਾ ਰਹੇ ਸਨ ਉਹਨਾਂ ਪੋਸ਼ਾਕਾਂ ਨੂੰ, ਤਾਂ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਨੇ ਜਦੋਂ ਦੇਖਿਆ ਕਿ ਇਤਨੀਆਂ ਵੱਡੀਆਂ ਕੀਮਤੀ ਪੋਸ਼ਾਕਾਂ ਇਹਨਾਂ ਦੇ ਘਰ ਦੇ ਵਿੱਚ ਹਨ ਜੋ ਸਿੱਖਾਂ ਸੰਗਤਾਂ ਵੱਲੋਂ ਭੇਟਾਵਾਂ ਕੀਤੀਆਂ ਜਾਂਦੀਆਂ ਨੇ, ਤੇ ਮੇਰੇ ਘਰ ਵਾਲੇ ਦੀ ਨਲਾਇਕੀ ਕਰਕੇ ਹੀ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋ ਗਈ, ਨਹੀਂ ਤਾਂ ਅੱਜ ਇਹ ਪੋਸ਼ਾਕਾਂ, ਅੱਜ ਇਹ ਭੇਟਾਵਾਂ ਸਾਡੇ ਘਰ ਦੇ ਵਿੱਚ ਹੋਣੀਆਂ ਸਨ। ਤੇ ਸਾਧ ਸੰਗਤ ਇਤਨਾ ਹੰਕਾਰ, ਇਤਨਾ ਅੰਦਰ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਦੇ ਅੰਦਰ ਅੱਗ ਬਬੂਲੀ ਹੋਈ। ਕੋਠੇ ਤੋਂ ਥੱਲੇ ਉਤਰੀ, ਆ ਕਰਕੇ ਪ੍ਰਿਥੀ ਚੰਦ ਨੂੰ ਕਹਿਣ ਲੱਗੀ, ਤੇਰੀ ਨਲਾਇਕੀ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਅੱਜ ਗੁਰਤਾ ਗੱਦੀ ਤੇ ਬੈਠੇ ਨੇ। ਪ੍ਰਿਥੀ ਚੰਦ ਕਹਿਣ ਲੱਗਾ, ਗੱਲ ਕੀ ਹੋਈ? ਤਾਂ ਕਹਿਣ ਲੱਗੀ, ਮੈਂ ਅੱਜ ਕੋਠੇ ਦੇ ਉੱਤੇ ਉਹਨਾਂ ਦੀ ਪੋਸ਼ਾਕਾਂ ਦੇਖੀਆਂ, ਇਤਨੀ ਕੀਮਤੀ ਪੋਸ਼ਾਕਾਂ, ਜਿਨ੍ਹਾਂ ਦੇ ਘਰ ਦੀਆਂ ਪੋਸ਼ਾਕਾਂ ਇਤਨੀ ਕੀਮਤੀਆਂ ਹੋਣਗੀਆਂ, ਪਾਉਣ ਵਾਲੇ ਵਸਤਰ ਇਤਨੇ ਕੀਮਤੀ ਹੋਣਗੇ, ਉਹਨਾਂ ਦੇ ਘਰ ਦੇ ਵਰਤਨ ਵਾਲੀ ਚੀਜ਼ਾਂ ਕਿਤਨੀਆਂ ਕੀਮਤੀ ਹੋਣਗੀਆਂ। ਤਾਂ ਸਾਧ ਸੰਗਤ ਪ੍ਰਿਥੀ ਚੰਦ ਕਹਿਣ ਲੱਗਾ, ਤੂੰ ਅੱਗ ਬਬੂਲੀ ਨਾ ਹੋ, ਠੰਡੀ ਹੋ। ਇਹ ਜਿਹੜੀਆਂ ਪੋਸ਼ਾਕਾਂ ਨੇ, ਇਹ ਜਿਹੜੇ ਵਸਤਰ ਨੇ ਸੰਗਤਾਂ ਵੱਲੋਂ ਭੇਟਾ ਕੀਤੇ ਗਏ, ਇਹ ਇੱਕ ਨਾ ਇੱਕ ਦਿਨ ਸਾਡੇ ਘਰ ਹੀ ਆਉਣੇ ਨੇ। ਤਾਂ ਕਹਿਣ ਲੱਗੀ, ਉਹ ਕਿਵੇਂ ਆਉਣਗੇ? ਪ੍ਰਿਥੀ ਚੰਦ ਕਹਿਣ ਲੱਗਾ ਕਿ ਇਹਨਾਂ ਦੇ ਘਰ ਕੋਈ ਪੁੱਤਰ ਨਹੀਂ, ਨਾ ਇਹਨਾਂ ਦੇ ਘਰ ਪੁੱਤਰ ਹੋਣਾ ਹੈ, ਤੇ ਸਾਡੇ ਘਰ ਪੁੱਤਰ ਹੈ, ਮਿਹਰਵਾਨ ਸਾਡੇ ਘਰ ਹੈ, ਕਿਉਂਕਿ ਪ੍ਰਿਥੀ ਚੰਦ ਦੇ ਪੁੱਤਰ ਦਾ ਨਾਮ ਮਿਹਰਵਾਨ ਸੀ। ਕਹਿਣ ਲੱਗਾ, ਮਿਹਰਵਾਨ ਸਾਡੇ ਘਰ ਦੇ ਵਿੱਚ ਹੈ, ਸਮਾਂ ਆਏਗਾ ਇੱਕ ਨਾ ਇੱਕ ਦਿਨ ਇਹ ਗੁਰਤਾ ਗੱਦੀ ਸਾਡੇ ਪੁੱਤਰ ਨੂੰ ਹੀ ਪ੍ਰਾਪਤ ਹੋਵੇਗੀ, ਤੇ ਇਹ ਕੀਮਤੀਆਂ ਪੋਸ਼ਾਕਾਂ, ਕੀਮਤੀਆਂ ਭੇਟਾਵਾਂ ਸੰਗਤਾਂ ਸਾਨੂੰ ਦੇਣਗੀਆਂ। ਤੇ ਸਾਧ ਸੰਗਤ ਇਹੋ ਜਿਹੀ ਸੋਚ ਲੈ ਕੇ ਪ੍ਰਿਥੀ ਚੰਦ ਨੇ ਜਦੋਂ ਬੀਬੀ ਕਰਮੋ ਨੂੰ, ਆਪਣੀ ਘਰ ਵਾਲੀ ਨੂੰ ਇਹ ਗੱਲਾਂ ਦੱਸੀਆਂ, ਤੇ ਘਰ ਦੇ ਵਿੱਚ ਜਿਹੜੀ ਦਾਸੀ ਕੰਮ ਕਰਦੀ ਸੀ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ। ਕਿਉਂਕਿ ਸਾਧ ਸੰਗਤ ਜਿਹੜੇ ਅਪਵਚਨ ਪ੍ਰਿਥੀ ਚੰਦ ਨੇ ਬੋਲੇ, ਤਾਂ ਉਹ ਕੰਮ ਕਰਨ ਵਾਲੀ ਨੂੰ ਦੇ ਅੰਦਰ ਟਿਕ ਨਾ ਸਕੇ, ਉਹਦੇ ਅੰਦਰ ਅੱਗ ਲੱਗੀ ਕਿ ਇਹ ਗੁਰੂ ਘਰ ਨੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ, ਕਿਹੋ ਜਿਹੇ ਸ਼ਰਾਪ ਦੇ ਰਿਹਾ ਹੈ ਕਿ ਇਹਨਾਂ ਦੇ ਘਰ ਪੁੱਤਰ ਨਹੀਂ ਪੈਦਾ ਹੋਵੇਗਾ। ਤਾਂ ਹਜੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜਵਾਨ ਨੇ, ਮਾਤਾ ਗੰਗਾ ਜੀ ਜਵਾਨ ਹਨ, ਇਹਨਾਂ ਦੇ ਘਰ ਗੁਰੂ ਮਹਾਰਾਜ ਆਪ ਜਿਹੜੇ ਦਾਤਾਂ ਸੰਗਤਾਂ ਨੂੰ ਦੇ ਰਹੇ ਨੇ ਕਿ ਉਹਨਾਂ ਦੇ ਘਰ ਦਾਤ ਨਹੀਂ ਆਵੇਗੀ। ਤੇ ਸਾਧ ਸੰਗਤ ਜਿਹੜੀ ਦਾਸੀ ਸੀ ਪ੍ਰਿਥੀ ਚੰਦ ਦੇ ਘਰ ਜਿਹੜੀ ਕੰਮ ਕਰਦੀ ਸੀ, ਉਹਨੇ ਜਾ ਕਰਕੇ ਮਾਤਾ ਗੰਗਾ ਜੀ ਦੀ ਦਾਸੀ ਨੂੰ ਸਾਰੀ ਗੱਲਾਂ ਦੱਸੀਆਂ ਕਿ ਪ੍ਰਿਥੀ ਚੰਦ ਦੇ ਘਰ ਇਹ ਗੱਲਾਂ ਹੋ ਰਹੀਆਂ ਹਨ। ਤੇ ਸਾਧ ਸੰਗਤ ਜਦੋਂ ਇਹ ਗੱਲਾਂ ਸੁਣੀਆਂ ਮਾਤਾ ਗੰਗਾ ਜੀ ਦੀ ਦਾਸੀ ਨੇ, ਤਾਂ ਦਾਸੀ ਨੇ ਆ ਕੇ ਮਾਤਾ ਗੰਗਾ ਨੂੰ ਦੱਸੀਆਂ, ਮਾਤਾ ਜੀ ਜਿਹੜੀਆਂ ਪੋਸ਼ਾਕਾਂ ਤੁਸੀਂ ਉੱਪਰ ਸੁੱਕਣੇ ਪਾਈਆਂ ਸਨ, ਉਹਨਾਂ ਪੋਸ਼ਾਕਾਂ ਨੂੰ ਦੇਖ ਕੇ ਗੁਆਂਢੀਆਂ ਦੇ ਘਰ ਅੱਗ ਲੱਗ ਗਈ ਹੈ, ਗੁਆਂਢੀਆਂ ਦੇ ਘਰ ਅੱਗ ਲੱਗ ਗਈ ਹੈ। ਤੇ ਉਹ ਇਹ ਪੋਸ਼ਾਕਾਂ ਨੂੰ, ਇਹ ਕੀਮਤੀ ਵਸਤਾਂ ਨੂੰ ਪਾਉਣਾ ਚਾਹੁੰਦੇ ਨੇ। ਉਹ ਇਹਨਾਂ ਨੇ ਇੱਥੇ ਤੱਕ ਕਹਿ ਦਿੱਤਾ, ਇੱਥੇ ਤੱਕ ਸ਼ਰਾਪ ਦੇ ਦਿੱਤਾ ਪ੍ਰਿਥੀ ਚੰਦ ਨੇ ਕਿ ਉਹਨਾਂ ਦੇ ਘਰ ਪੁੱਤਰ ਪੈਦਾ ਨਹੀਂ ਹੋਵੇਗਾ, ਗੁਰਤਾ ਗੱਦੀ ਸਾਡੇ ਘਰ ਦੇ ਵਿੱਚ ਹੀ ਆਵੇਗੀ। ਤਾਂ ਸਾਧ ਸੰਗਤ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਭਾਵੇਂ ਪਹਿਲਾਂ ਫੁਰਨਾ ਨਹੀਂ ਸੀ ਕਿਸੇ ਪੁੱਤਰ ਨੂੰ ਪ੍ਰਾਪਤ ਕਰਨ ਦਾ, ਫੁਰਨਾ ਨਹੀਂ ਸੀ ਅੰਦਰ, ਕਿਉਂਕਿ ਨਾਮ ਦੇ ਵਿੱਚ ਰੰਗੇ ਹੋਏ ਸਨ, ਬਾਣੀ ਪੜ੍ਹਨ ਵਾਲੇ ਸਨ। ਬਾਣੀ ਪੜ੍ਹਨ ਵਾਲਾ ਹਮੇਸ਼ਾ ਸਾਧ ਸੰਗਤ ਗੁਰੂ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ। ਬਾਣੀ ਪੜ੍ਹਨ ਵਾਲਾ ਹਮੇਸ਼ਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਰਜ਼ਾ ਦੇ ਵਿੱਚ ਰਹਿੰਦਾ। ਤੇ ਸਾਧ ਸੰਗਤ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠ ਗਏ ਸਨ, ਪਰ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਦਾ ਸ਼ਬਦ ਉਚਾਰਨ ਕਰਕੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੀ ਸਾਰਾ ਭਾਣਾ ਵਰਤਾਇਆ ਮਹਾਰਾਜ ਜੀ ਨੇ। ਤੇ ਸਾਧ ਸੰਗਤ ਦੋਸ਼ ਪ੍ਰਮਾਤਮਾ ਨੂੰ ਨਹੀਂ ਦਿੱਤਾ, ਭਾਵੇਂ ਟਾਲ ਸਕਦੇ ਸਨ ਸਾਰਾ ਕੁਝ ਗੁਰੂ ਅਰਜਨ ਦੇਵ ਮਹਾਰਾਜ। ਅੱਜ ਉਹਨਾਂ ਦੇ ਧਰਮ ਸਪਤਨੀ ਵੀ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੈ, ਪਰ ਅੱਜ ਤੱਕ ਉਹਨਾਂ ਦੇ ਮਨ ਦੇ ਵਿੱਚ ਕੋਈ ਫੁਰਨਾ ਨਹੀਂ ਸੀ ਪੁੱਤਰ ਦਾ। ਜਦੋਂ ਇਹ ਗੱਲਾਂ ਸੁਣੀਆਂ ਮਾਤਾ ਗੰਗਾ ਜੀ ਨੇ ਦਾਸੀ ਦੇ ਪਾਸੋਂ ਕਿ ਪ੍ਰਿਥੀ ਚੰਦ ਨੇ ਇੱਥੋਂ ਤੱਕ ਅਪਸ਼ਬਦ ਕਹਿ ਦਿੱਤਾ ਕਿ ਇਹਨਾਂ ਦੇ ਘਰ ਪੁੱਤਰ ਔਲਾਦ ਪੈਦਾ ਨਹੀਂ ਹੋਵੇਗੀ, ਤਾਂ ਸਾਧ ਸੰਗਤ ਉਸ ਵੇਲੇ ਮਾਤਾ ਗੰਗਾ ਜੀ ਗਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਮਰੇ ਦੇ ਵਿੱਚ, ਸਤਿਗੁਰੂ ਜੀ ਸਮਾਧੀ ਲੈਣ ਬੈਠੇ ਹਨ, ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਜਿਹੜੀ ਦਾਤਾਂ ਤੁਸੀਂ ਸੰਗਤਾਂ ਨੂੰ ਵਰਤਾ ਰਹੇ ਹੋ ਸਾਡੇ ਘਰ ਦੇ ਵਿੱਚ ਵੀ ਉਹ ਦਾਤ ਆਵੇ। ਸਤਿਗੁਰੂ ਜੀ ਕਹਿੰਦੇ, ਮਾਤਾ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮਹਾਰਾਜ ਸ਼ਰੀਕ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ, ਤੁਸੀਂ ਸੰਗਤਾਂ ਨੂੰ ਦਾਤਾਂ ਦੇਣ ਵਾਲੇ ਹੋ, ਸਾਡਾ ਘਰ ਪੁੱਤਰ ਤੋਂ ਬਿਨਾਂ ਸਖਣਾ ਜਾ ਰਿਹਾ ਹੈ, ਸਾਡਾ ਘਰ ਪੁੱਤਰ ਤੋਂ ਬਿਨਾਂ ਸਖਣਾ ਜਾ ਰਿਹਾ ਹੈ, ਤੁਸੀਂ ਸੰਗਤਾਂ ਨੂੰ ਦਾਤਾਂ ਦੇ ਰਹੇ ਹੋ, ਆਪਣੇ ਘਰ ਨੂੰ ਸਖਣਾ ਬਣਾ ਰਹੇ ਹੋ। ਤਾਂ ਸਾਧ ਸੰਗਤ ਉਸ ਵੇਲੇ ਮਾਤਾ ਗੰਗਾ ਜੀ ਦੀ ਬੇਨਤੀ ਸੁਣੀ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿਣ ਲੱਗੇ ਕਿ ਗੰਗਾ ਜੀ ਜਿਹੜੀ ਦਾਤ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਕਰਾਮਾਤਾਂ, ਇਹ ਸ਼ਕਤੀਆਂ ਅਸੀਂ ਸੰਗਤਾਂ ਵਾਸਤੇ ਰੱਖੀਆਂ ਨੇ, ਆਪਣੇ ਪਰਿਵਾਰ ਵਾਸਤੇ ਨਹੀਂ। ਅਸੀਂ ਆਪਣੇ ਪਰਿਵਾਰ ਵਾਸਤੇ ਸ਼ਕਤੀਆਂ ਨਹੀਂ ਵਰਤ ਸਕਦੇ। ਇਹ ਸ਼ਕਤੀਆਂ ਹਨ
ਸੰਗਤਾਂ ਵਾਸਤੇ। ਸੰਗਤਾਂ ਖਾਲੀ ਹੱਥ ਆਉਂਦੀਆਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੇ ਭਰੀ ਝੋਲੀਆਂ ਲੈ ਕੇ ਜਾਂਦੀਆਂ ਨੇ, ਪਰ ਅਸੀਂ ਆਪਣੇ ਪਰਿਵਾਰ ਵਾਸਤੇ, ਆਪਣੇ ਨਿੱਜੀ ਕੰਮਾਂ ਵਾਸਤੇ ਸ਼ਕਤੀਆਂ ਨੂੰ ਨਹੀਂ ਵਰਤ ਸਕਦੇ। ਤਾਂ ਉਸ ਵੇਲੇ ਮਾਤਾ ਜੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਮਾਤਾ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਮਹਾਰਾਜ, ਫਿਰ ਨਾ ਕੋਈ ਢੰਗ, ਕੋਈ ਨਾ ਕੋਈ ਤਰੀਕਾ ਦੱਸੋ ਜਿਸ ਤਰੀਕੇ ਦੇ ਨਾਲ ਸਾਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇ। ਤਾਂ ਸਾਧ ਸੰਗਤ ਉਸ ਵੇਲੇ ਆਪਣੇ ਸਿੱਖ ਨੂੰ ਵਡਿਆਈ ਦੇਣ ਖਾਤਰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਾਓ ਬਾਬਾ ਬੁੱਢਾ ਜੀ ਦੇ ਕੋਲ, ਬਾਬਾ ਬੁੱਢਾ ਜੀ ਦੇ ਕੋਲ ਜਾ ਕਰਕੇ ਬੇਨਤੀ ਕਰੋ। ਤੇ ਸਾਧ ਸੰਗਤ ਮਾਤਾ ਗੰਗਾ ਜੀ ਨੇ ਸੁਣ ਲਿਆ ਕਿ ਬਾਬਾ ਬੁੱਢਾ ਜੀ ਕੋਲ ਸ਼ਕਤੀਆਂ ਨੇ, ਬਾਬਾ ਬੁੱਢਾ ਜੀ ਗੁਰੂ ਬ੍ਰਹਮ ਗਿਆਨੀ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਵਡਿਆਈ ਕੀਤੀ ਬਾਬਾ ਬੁੱਢਾ ਜੀ ਦੀ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬ੍ਰਹਮ ਗਿਆਨੀ ਹੈ, ਸੰਤ ਮਹਾਂਪੁਰਸ਼ ਹੈ, ਸਾਧੂ ਹੈ, ਉਹ ਹੈ ਬਾਬਾ ਬੁੱਢਾ ਜੀ। ਜਾ ਕਰਕੇ ਬੇਨਤੀ ਕਰੋ। ਉਸ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਨੇ, ਤੁਹਾਡੀ ਵੀ ਪ੍ਰਵਾਨ ਕਰਨਗੇ। ਤਾਂ ਸਾਧ ਸੰਗਤ ਮਾਤਾ ਗੰਗਾ ਜੀ ਨੇ ਉਵੇਂ ਕੀਤਾ। ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਦਾਸੀਆਂ ਨੂੰ ਹੁਕਮ ਕਰ ਦਿੱਤਾ, ਪ੍ਰਸ਼ਾਦਾ ਤਿਆਰ ਕਰਵਾਓ। ਪ੍ਰਸ਼ਾਦਾ ਤਿਆਰ ਕੀਤਾ ਗਿਆ। ਵਧੀਆ ਬਸਤਰ ਪਾ ਕੇ ਰਥਵਾਨ ਨੂੰ ਹੁਕਮ ਕੀਤਾ, ਤੂੰ ਰਥਵਾਨ ਰਥ ਤਿਆਰ ਕਰ। ਰਥ ਤਿਆਰ ਕੀਤਾ ਗਿਆ। ਆਪਣੀ ਦਾਸੀਆਂ ਨੂੰ ਨਾਲ ਲੈ ਕਰਕੇ ਸ਼ਾਹੋ ਸ਼ੌਕਤ ਦੇ ਨਾਲ ਮਾਤਾ ਗੰਗਾ ਜੀ ਰਥ ਦੇ ਵਿੱਚ ਬੈਠ ਜਾਂਦੇ ਨੇ। ਤੇ ਜਦੋਂ ਹੁਣ ਰਥ ਚੱਲਦਾ ਹੈ ਨਾ, ਰਥ ਦੀਆਂ ਆਵਾਜ਼ਾਂ ਇੱਕ ਪਿੰਡ ਤੋਂ ਦੂਜੇ ਤੀਜੇ ਪਿੰਡ ਤੱਕ ਸੁਣਦੀਆਂ ਨੇ, ਕੋਈ ਜਾ ਰਿਹਾ ਰਥ ਦੇ ਵਿੱਚ, ਕਿਉਂਕਿ ਰਥ ਦੀ ਆਵਾਜ਼ ਹੀ ਇਹੋ ਜਿਹੀ ਹੈ। ਜਦੋਂ ਰਥ ਦੇ ਪਹੀਏ ਚੱਲਦੇ ਨੇ, ਲੱਕੜ ਇੱਕ ਦੂਜੇ ਨਾਲ ਘੱਸਦੀ ਹੈ, ਘੱਸ ਕੇ ਆਵਾਜ਼ ਕਰਦੀ ਹੈ। ਲੱਕੜ ਦੇ ਰਥ ਹੋਇਆ ਕਰਦੇ ਸਨ। ਜਦੋਂ ਆਵਾਜ਼ ਉੱਚੀ ਉੱਚੀ ਆਈ, ਦੂਸਰੇ ਤੀਸਰੇ ਪਿੰਡਾਂ ਤੱਕ ਆਵਾਜ਼ ਸੁਣਦੀ ਹੈ ਕਿ ਕੋਈ ਜਾ ਰਿਹਾ ਰਥ ਦੇ ਵਿੱਚ। ਘੱਟੋ ਘੱਟ 2 ਔਰ 3-4 ਰਥ ਮਾਤਾ ਗੰਗਾ ਜੀ ਨਾਲ ਹੋਰ ਚੱਲ ਪਏ ਨੇ, ਦਾਸੀਆਂ ਦੇ ਨਾਲ। ਤੇ ਵਧੀਆ ਕੱਪੜੇ ਪਾ ਕੇ ਮਾਤਾ ਗੰਗਾ ਜੀ ਰਥ ਦੇ ਵਿੱਚ ਬੈਠ ਕੇ ਚੱਲ ਪਏ। ਤੇ ਰਥ ਦੀ ਆਵਾਜ਼ ਦੇ ਨਾਲ ਸਾਧ ਸੰਗਤ ਜਿਹੜੇ ਜੰਗਲੀ ਜੀਵ ਸੀ, ਮਿਰਗ ਸੀ, ਉਹ ਵੀ ਭੱਜ ਉੱਠੇ, ਉਹ ਵੀ ਭੱਜ ਗਏ ਉੱਥੋਂ। ਤੇ ਸਾਧ ਸੰਗਤ ਜਿਵੇਂ ਜਿਵੇਂ ਰਥ ਅੱਗੇ ਵੱਧਦਾ ਹੈ, ਧੂੜ ਮਿੱਟੀ ਉੱਠਦੀ ਜਾ ਰਹੀ ਹੈ। ਤੇ ਸਾਧ ਸੰਗਤ ਬਾਸਤਰ ਕੇ ਨਗਰ, ਜਿੱਥੇ ਬਾਬਾ ਬੁੱਢਾ ਜੀ ਬੈਠੇ ਨੇ, ਬਿਰਾਜਮਾਨ ਹਨ, ਨੇੜੇ ਆ ਗਿਆ। ਬਾਬਾ ਬੁੱਢਾ ਜੀ ਨੇ ਦੂਰ ਤੋਂ ਦੇਖਿਆ ਕਿ ਰਥ ਦੇ ਉੱਤੇ ਕੌਣ ਤੁਰਿਆ ਆ ਰਿਹਾ ਹੈ। ਇਤਨੀ ਆਵਾਜ਼, ਜੀਵ ਜੰਤੂ ਵੀ ਡਰ ਰਹੇ ਨੇ, ਧੂੜ ਉੱਡੀ ਜਾ ਰਹੀ ਹੈ। ਤੇ ਬਾਬਾ ਬੁੱਢਾ ਜੀ ਨੇ ਸਿੱਖ ਨੂੰ ਹੁਕਮ ਕੀਤਾ ਕਿ ਦੇਖੋ ਭਾਈ ਕੌਣ ਆ ਰਿਹਾ ਹੈ। ਤਾਂ ਸਿੱਖ ਨੇ ਪਛਾਣਿਆ। ਕਹਿਣ ਲੱਗਾ, ਬਾਬਾ ਜੀ ਇਹ ਲੱਗਦਾ ਗੁਰੂ ਕੇ ਮਹਿਲ ਆ ਰਹੇ ਨੇ ਮਾਤਾ ਗੰਗਾ ਜੀ। ਅਚਾਨਕ ਬਾਬਾ ਬੁੱਢਾ ਜੀ ਦੇ ਮੁਖ ਤੋਂ ਬਚਨ ਨਿਕਲਿਆ ਕਿ ਗੁਰੂ ਕਿਆਂ ਨੂੰ ਅੱਜ ਕਿੱਧਰੋਂ ਭਾਜੜ ਪੈ ਗਈ। ਸਾਧ ਸੰਗਤ ਇਹ ਬਚਨ ਬਾਬਾ ਬੁੱਢਾ ਜੀ ਦੇ ਮੁਖ ਤੋਂ ਨਿਕਲਿਆ। ਤਾਂ ਉਸ ਵੇਲੇ ਸਿੱਖ ਵੀ ਬੜਾ ਹੈਰਾਨ ਹੋਇਆ ਜਿਹਨੇ ਸੁਣੇ ਬਚਨ ਕਿ ਬਾਬਾ ਜੀ ਕਿਹੋ ਜਿਹੇ ਬਚਨ ਕਰ ਰਹੇ ਨੇ। ਗੁਰੂ ਦੇ ਮਹਿਲਾਂ ਨੂੰ, ਗੁਰੂ ਘਰ ਨੂੰ ਇਹੋ ਜਿਹੇ ਬਚਨ ਜਿੱਥੋਂ ਸਾਰੀਆਂ ਸ਼ਕਤੀਆਂ, ਸਾਰੀਆਂ ਦਾਤਾਂ ਪ੍ਰਾਪਤ ਹੋਈਆਂ ਨੇ ਬਾਬਾ ਬੁੱਢਾ ਜੀ ਨੂੰ। ਤਾਂ ਸਾਧ ਸੰਗਤ, ਕਿਉਂਕਿ ਉਹ ਤਾਂ ਬ੍ਰਹਮ ਗਿਆਨੀ ਹਨ, ਪ੍ਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚਾ ਨਾ ਹੈ। ਇੱਕ ਨਾਮ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੋਇਆ ਕਰਦੀ। ਸਿਰਫ ਪ੍ਰਵਾਹ ਹੈ ਤਾਂ ਇੱਕ ਵਾਹਿਗੁਰੂ ਦੇ ਨਾਮ ਦੀ ਪ੍ਰਵਾਹ ਹੈ ਉਹਨਾਂ ਨੂੰ। ਅੱਜ ਬਾਬਾ ਬੁੱਢਾ ਜੀ ਬੈਠੇ ਹਨ, ਬਚਨ ਕੀਤਾ ਗੁਰੂ ਕਿਆਂ ਨੂੰ ਕਿੱਧਰੋਂ ਭਾਜੜ ਪੈ ਗਈ। ਮਾਤਾ ਗੰਗਾ ਜੀ ਤੁਰੇ ਆ ਰਹੇ ਨੇ ਰਥ ਦੇ ਵਿੱਚ। ਤੇ ਜਦੋਂ ਉਤਰੇ ਆ ਕੇ ਪ੍ਰਸ਼ਾਦਾ ਬਾਬਾ ਬੁੱਢਾ ਜੀ ਦੇ ਅੱਗੇ ਰੱਖਿਆ ਤਾਂ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਕੋਈ ਸਤਿ ਸ੍ਰੀ ਅਕਾਲ, ਕੋਈ ਸਾਧ ਸੰਗਤ ਉਹਨਾਂ ਨੂੰ ਜੀ ਆਇਆਂ ਨਹੀਂ ਕਰਿਆ। ਪ੍ਰਸ਼ਾਦਾ ਛਕਿਆ ਜ਼ਰੂਰ, ਪਰ ਮਨ ਦੇ ਨਾਲ ਪ੍ਰਸ਼ਾਦਾ ਨਹੀਂ ਛਕਿਆ। ਸੇਵਾਦਾਰ ਤੋਂ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਨੇ ਇਹ ਬਚਨ ਕਰ ਦਿੱਤੇ ਨੇ। ਮਾਤਾ ਗੰਗਾ ਜੀ ਬੜੇ ਹੈਰਾਨ ਹੋਏ, ਬੜੇ ਪਰੇਸ਼ਾਨ ਹੋਏ। ਸੋਚਿਆ ਆਈ ਤਾਂ ਵਰ ਲੈਣ ਸੀ, ਮਿਲ ਗਿਆ ਸ਼ਰਾਫ। ਹੁਣ ਸਾਧ ਸੰਗਤ ਬੜੀ ਪਰੇਸ਼ਾਨੀ ਦੇ ਨਾਲ ਮਾਤਾ ਗੰਗਾ ਜੀ ਆਪਣੇ ਕੁਛ ਮੰਗਿਆ ਨਹੀਂ, ਨਮਸਕਾਰ ਕੀਤੀ, ਬਾਬਾ ਬੁੱਢਾ ਜੀ ਨੂੰ ਵਾਪਸ ਚਲੀ ਗਈ। ਤਾਂ ਜਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਣਾ ਕੀਤਾ ਕਿ ਕੀ ਕਿਹਾ ਬਾਬਾ ਬੁੱਢਾ ਜੀ ਨੇ। ਸਾਧ ਸੰਗਤ ਅੱਖਾਂ ਦੇ ਵਿੱਚੋਂ ਅਥਰੂ ਆ ਗਏ। ਮਹਾਰਾਜ ਗਈ ਤਾਂ ਮੈਂ ਵਰ ਲੈਣ ਸੀ, ਪਰ ਅੱਜ ਮਿਲ ਗਿਆ ਸ਼ਰਾਫ। ਮਹਾਰਾਜ ਕਹਿਣ ਲੱਗੇ ਤੁਸੀਂ ਕੀ ਕਹਿ ਰਹੇ ਹੋ। ਕਹਿਣ ਲੱਗੇ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਹੈ ਕਿ ਗੁਰੂ ਕਿਆਂ ਨੂੰ ਕਿੱਧਰੋਂ ਭਾਜੜ ਪੈ ਗਈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਹੈ ਨਾ, ਬਚਨ ਭਲੀ ਫੂਤ ਤਾਂ ਹੋਵੇਗਾ। ਇੱਕ ਨਾ ਇੱਕ ਦਿਨ ਭਾਜੜ ਜ਼ਰੂਰ ਪਵੇਗੀ, ਪਰ ਕੋਈ ਗੱਲ ਨਹੀਂ। ਤੁਸੀਂ ਹੁਣ ਕੱਲ੍ਹ ਨੂੰ ਜਾਇਓ। ਜਾਣਾ ਕਿਵੇਂ ਹੈ? ਕਿਉਂਕਿ ਜਦੋਂ ਗੁਰੂ ਕੋਲ ਜਾਣਾ ਹੈ ਨਾ, ਸਿੱਖਣਾ ਚਾਹੀਦਾ। ਸਾਨੂੰ ਵੀ ਸਿੱਖਣਾ ਚਾਹੀਦਾ। ਜਦੋਂ ਗੁਰੂ ਦੇ ਘਰ ਅਸੀਂ ਜਾਂਦੇ ਹਾਂ, ਗੱਲਾਂ ਬਾਤਾਂ ਮਾਰਦੇ, ਅਸੀਂ ਰੋਲਾ ਰੱਪਾ ਪਾਉਂਦੇ, ਰਸਤੇ ਦੇ ਵਿੱਚ ਗੁਰੂ ਘਰ ਆਈਦਾ, ਕੋਈ ਇੱਕ ਵੀ ਕਦਮ 'ਤੇ ਵਾਹਿਗੁਰੂ ਦਾ ਸਿਮਰਨ ਕੋਈ ਨਹੀਂ ਕਰਦੇ, ਨਾ ਸਾਸਨ ਗੁਰੂ ਨੂੰ ਯਾਦ ਕਰੀਦਾ।
जब गुरुद्वारे के गेट गए तो फिर नमस्कार कर ली दी है गुरु नूं। पर साध संगत गुरु घर आउण तो पहलां, घर तो चलण तो पहलां वाहिगुरू का सिमरन करना शुरू कर दिओ। क्योंकि अरदासां असीं भी करदे हां गुरु घर, साडीआं अरदासां क्यों नहीं पूरीआं हुंदियां? साडीआं अरदासां तां नहीं पूरीआं हुंदियां, साडे अंदर निमरता नहीं, साडे अंदर वो भावना नहीं जिहड़ी गुरु नूं चंगी लगदी है। ते साध संगत तुद आगे अरदास हमारी जियो पिंड सब तेरा, ये अरदास करनी सच्चे पातशाह, पिंड रूपी शरीर भी तेरा है, सब कुछ तेरा है, तेरा तुझको सौंपते क्या लग गया मेरा। असी हंकार दे विच अरदास करते महाराज मैं आह दान करते आ तुहानूं। असी दान करन वाले कौन आ? गुरु नूं। जिस तो असीं सारियां वस्तां प्राप्त कीतियां ने, असीं गुरु नूं की दे सकते हैं? एक दाता सब जगत भिखारी, एक परमात्मा कालपुरख वाहिगुरू गुरु ग्रंथ साहिब महाराज दाते ने, सारा संसार भिखारी। असीं दे कुछ नहीं सकते गुरु नूं, भेटा कर सकते हैं गुरु के चरणों के विच। ते साध संगत अज माता गंगा जी, गुरु अर्जन देव महाराज कहन लगे माता जी नूं, माता जी के गंगा जी तुसीं कल नूं जाओ बाबा बुढ़ा जी दे कोल। जाना किस तरीके नाल है? एक तां सादा लिबास पाउणा है, कोई भड़कीले कपड़े नहीं पा के जाने, वधिया पशमीने वधिया जिहड़े कपड़े ने वो नहीं पा के जाने, सादा लिबास पा के जाना है। सादे लिबास के नाल गुरु की प्राप्ति हुंदी है। सादा लिबास, नंगे पैरी आप प्रशादा तैयार करके पहला तो देखना है साधु किहो जिहा है। जिस साधु कोल जाना है ना असीं कुछ मंगण वास्ते, पहला उहदा सुभाਅ देखीदा किहो जिहा है। साध संगत उहो जिहे सुभाਅ दे नाल जाना चाहिए कि उन्होंने की पसंद है। हुण बाबा बुढ़ा जी नूं पसंद की है? जट सुभाਅ बाबा बुढ़ा जी का, खेतीबाड़ी करने वाले महापुरुष ने वो। तो साध संगत क्योंकि संत समूह अनेक मती के, अनेकों प्रकार के संत ने, अनेकों प्रकार के उन्होंने सुभाਅ हैं, कई प्रकार के उन्होंने परमात्मा नूं पाउण दे तरीके ने। तो साध संगत जदों साधु कोल जाईदा, किसी संत कोल जाईदा, किसी गुरु कोल जाईदा, पहलां उहदा सुभाਅ देखो, सुभाਅ किहो जिहा। उस सुभाਅ दे नाल साध संगत उहनूं भेटा करो आके, उस सुभाਅ दे नाल उहदे दर तो मंगो, किस तरीके नाल मंगना है पहले ये सीखना पैंदा है। फिर साध संगत बाबा बुढ़ा जी का सुभाਅ कि देखिया गुरु अर्जन देव महाराज जी ने कि बाबा बुढ़ा जी एक सिंपल जिंदगी जीवन वाले महापुरुष ने, ब्रह्म ज्ञानी हैं। उन्होंने भड़कीलियां चीज़ां जां ये शानो शौकत नहीं चंगियां लगदियां। जे तो उन्हों का खाना किहो जिहा है? सिंपल खाना, मिस्से प्रशादे बनाओ, दही बनाओ, लस्सी बनाओ, 2 वड्डे गंढे रखो विच ते बाबा बुढ़ा जी को लैके जाओ। हुण साध संगत माता गंगा जी ने इउं कीता, अमृत वेला होया, इशनान पानी किया। इशनान पानी करके साध संगत थाली तैयार की, नितनेम किया, वाहिगुरू वाहिगुरू का सिमरन करदिआं होइआं प्रशादा तैयार किया। बड़ी निमरता दे नाल प्रशादा तैयार करके, बड़े प्रेम दे नाल साध संगत प्रशादा तैयार करके, जिहड़ी दही और लस्सी बनाई सी ना, सब तो पहलां रात नूं जिस चाटी दे विच लस्सी बनानी सी, दही बनाउणा सी, उस चाटी नूं सुगंधियां दे नाल भर दिता ताकि लस्सी दे विचों दही दे विचों सुगंधी आवे। साध संगत इन्नी निमरता, इन्ने प्यार दे नाल प्रशादा तैयार किया। क्यों? क्योंकि जाके कुछ मंगना है। असीं मंगण वेले साध संगत गुरु घर आउंदे आ, मंगण वेले साडे अंदर कोई निमरता नहीं, आकड़ के गुरु अगे खड़ जाईदा भी मैनूं आ भी दे दे, आ भी दे दे। पर साध संगत असल दे विच मंगना आउणा चाहिदा है। गुरु सिख नूं जे गुरु कोलों मंगना है, पहलां मंगण दी दात, मंगण दा तरीका होना चाहिए कि मंगना किवें है। मांगना मांगण निका हर जस गुर ते मांगना, जिस जस दे विचों सारा कुछ सारे पदार्थ ने। ते साध संगत हुण माता गंगा जी अमृत वेला होया, इशनान पानी किया, बड़े प्रेम दे नाल प्रशादा तैयार किया। प्रशादा तैयार करके साध संगत विच रखे 2 गंढे और महाराज बाबा बुढ़ा जी वास्ते मिस्से प्रशादे रखे। ते साध संगत थाला तैयार करके नंगे पैरी और सिंपल वस्त्र पा के चले जाते हैं। कित्थे बासर के नगर है, कित्थे अमृतसर है। अमृतसर साहिब की धरती तो चल के गर्मी दे विच माता गंगा जी कोई दासी नाल नहीं लई, अज कोई रथमान नहीं, कोई साध संगत नाल चेले चाट के नहीं माता गंगा जी नाल। अज माता गंगा जी ने सिर दे उत्ते थाल रखिया, थाल रख के हौली हौली करदे वाहिगुरू 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 का सिमरन करदिआं होइआं माता गंगा जी अमृतसर साहिब की धरती दे तो चल के बासर के नगर, जिथे बाबा बुढ़ा जी बैठे ने, खेतीबाड़ी कर रहे ने, नाल सिख ने, चढ़ती कला वाले नाम बाणी जपण वाले सिख ने बाबा बुढ़ा जी दे नाल। ते साध संगत उत्थे चले गए। जदों बाबा बुढ़ा जी ने देखा माता जी आए ने, भज के पैरी गिर गए। माता जी कहन लगे बाबा जी पैरी तो असीं थोड़े गिरना है। तां साध संगत उस वेले बाबा बुढ़ा जी नूं बड़ी खुशी हुई
कि माता जी पुत्रां दी सार तां माता नूं हुंदी है। अज बड़ी भुख लगी सी माता जी, तुसीं प्रशादा लैके आए हो। प्रशादा फड़िया, माता जी दे सिर दे उत्ते जिहड़ी थाली रखी सी थाली उतारी, थल्ले बह के भुंजे बह के प्रशादा छकना शुरू कर दिता बाबा बुੱਢਾ जी ने। बड़े प्रेम के नाल प्रशादा छक रहे ने, कदी माता जी नूं तक रहे ने प्रशादा छकदे ते माता जी बाबा बुੱਢਾ जी नूं तक रहे ने प्रशादा छकदे ते बड़ी अंदर खुशी है कि बाबा बुੱਢਾ जी प्रशादा छक रहे जिवें मेरा कोई पुत्तर ही प्रशादा छक रहा है। तो साध संगत उस वेले बाबा बुੱਢਾ जी बड़े खुश होए, बड़े प्रसन्न होए देख के माता जी दे प्यार वाल, माता जी दे प्रेम वाल। ये प्रेम लैके आना चाहिए साडे अंदर, साडे अंदर ये भावना नहीं। साडे अंदर भावना किहड़ी है, जिहड़ी पहलां माता गंगा जी बाबा बुੱਢਾ जी कोल गए सी रथां दे उत्ते असवार होके आकड़ के। साध संगत वो प्रेम नहीं, प्रेम ये चाहिए जिहड़ी अज माता गंगा जी गए ने, इहो जी भावना लैके गुरु कोल आउणा चाहिए। ते साध संगत गुरु साहब कोई तुसीं कोई भेटा कर दो, कीमती भेटावां दा भुखा नहीं गुरु। गुरु दा तेरे प्रेम दा भुखा है। जिन प्रेम कियो तिन ही प्रभ पायो। तेरे अंदर भावना है, तेरे अंदर प्रेम है तां गुरु सुनदा है। अज साध संगत माता गंगा जी अंदर प्रेम है, भावना है, जिहड़ी बाबा बुੱਢਾ जी नूं दिख रही है। बाबा बुੱਢਾ जी उस भावना के नाल प्रशादा छक रहे ने ते प्रशादा छकिया बाबा बुੱਢਾ जी ने। प्रशादा छकण तो बाद साध संगत अज कुदरत भी कह रही है बाबा बुੱਢਾ जी नूं तुसीं वर दे दिओ। साध संगत बदल गरजने शुरू हो गए, मींह वरसना शुरू होया तां बाबा बुੱਢਾ जी ने अज बिना कहे माता गंगा जी नूं कह दिता, माता जी सुत अपराध करत है जेते जननी चीत ना राकस देते। माता जी अज तुसी जो तुसी मंगना है अज तुसी मंग लो, अज असीं बड़े खुश हाँ तुहाडे तों। अज इतनी तुसी मैनूं तृप्त कर दिता। मेरे अंदर भुख बड़ी लगी सी प्रशादे दी, जिस तरीके नाल मेरे अंदर भुख लगी सी ना प्रशादे दी, तुहाडे अंदर जो कामना है, जो किसी चीज़ की भुख है अज मंग लो, अज मैं तुहानूं तृप्त कर देंगा। तां साध संगत माता जी ने हाथ जोड़े कहन लगे, बाबा बुੱਢਾ जी पहला तो मैं माफ़ी मंगदी हाँ कल की गल की जिहड़ी मैं शानो शौकत नाल लाई सी, मैनूं एवें नहीं सी आउणा चाहीदा। ते अज बाबा बुੱਢਾ जी कहन लगे, माता जी जिस तरीके नाल अज बदल गरज रहे ने ना, तुहाडे घर इहो जिहा पुत्तर पैदा होवेगा, उहदे नगारे, उहदे ढोल, उहदे नरसिंघे जंग दे विच इउं गरजणगे जिस तरह बदल गरज रहे ने। साध संगत ठंडियां हवावां शुरू होईयां, जिवें गर्मी दे विच ठंडी हवा आवे कितनी शांति पैदा होंदी है, कितनी शांति मिलती है। बाबा बुੱਢਾ जी कहन लगे ठंडियां हवावां चल रही ने, जिस तरह ठंडी हवा चल रही है ना, तुहाडे घर वो पुत्र पैदा होवेगा तपदे हिरदे नूं एवें ठार देवेगा जिस तरह ठंडी हवा ठार रही है। इतने समय नूं साध संगत बिजली गरजनी शुरू हो गई। बिजली गरजी, बाबा बुੱਢਾ जी कहन लगे, माता जी तुहाडे घर वो पुत्र पैदा होवेगा, उहदियां तलवारां इउं चमकणगीਆਂ रण भूमि दे विच जिवें बिजली चमक रही है। साध संगत माता जी ने हाथ जोड़े, नमस्कार की, खुश हो गए। अज चाह चक्या नहीं जाता। पहला शराब भुल गए, जिहड़ा पहले दिन शराब दिता सी। साध संगत अज चाह चक्या नहीं जाता। माता गंगा जी कोलों नमस्कार की, वापस आए तो साध संगत भावें कित्थे बस्तर के नगर है, कित्थे अमृतसर साहिब की धरती है, गर्मी दे विच। फिर जदों गर्मी दे विच गए तो मींह दे विच वापस आए। वापस आंदे भावें थक गए, साध संगत पैरों के छाले भी हो गए माता गंगा जी दे, पर वो दुख नहीं लग रहा माता गंगा जी नूं। भावें साध संगत शरीरक दुख है, थकावट हुई है, भुख लगी है, पैरों के छाले पे ने, पर वो दुख नहीं लग रहा माता गंगा जी नूं। क्यों? क्योंकि अज सारियां मंगां पूरियां हो गई। अज गुरु नानक पातशाह महाराज दी गद्दी दा अगले वारस की मंग पैदा हो गई, अज मंग पूरी हो गई। ते साध संगत अज माता गंगा जी वापस आए। आके गुरु अर्जन देव महाराज जी का पहला तक पतिव्रता स्त्री का धर्म है, आप प्रशादा नहीं छकना, पहला पति नूं प्रशादा छकाउणा है। भावें भुख लगी है, गुरु अर्जन देव महाराज जी नूं प्रशादा छकाया। प्रशादा छकाउण तो बाद आप प्रशादा छकिया। प्रशादा छक के गुरु अर्जन देव महाराज जी ने कहा कि बाबा जी ने की बचन किया है। भावें गुरु अर्जन देव महाराज आप करनी और कथनी के मालक ने, सतगुरु जी आप सब कुछ कर सकते हैं, पर बाबा बुੱਢਾ जी ने वडियाई दे दी गुरु अर्जन देव महाराज जी ने। शक्तियाँ सारियां बाबा बुੱਢਾ जी ने गुरु अर्जन देव महाराज को ही प्राप्त कीतियां ने, पर महाराज अपनियां शक्तियां अपने परिवार से नहीं वरतना चाहते, अपने सिख नूं वडियाई दे दी। ते साध संगत माता जी ने कहा कि महाराज अज तां सारियां मंगां पूरियां हो गईयां,
ਬਾਬਾ ਬੁੱਢਾ ਜੀ ਨੇ ਕਿਰਪਾ ਕਰ ਦਿੱਤੀ। ਪੁੱਤਰ ਦੀ ਦਾਤ ਜੋ ਹੈ, ਬਾਬਾ ਬੁੱਢਾ ਜੀ ਕਹਿਣ ਲੱਗੇ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ, ਮਹਾਬਲੀ ਪੁੱਤਰ ਹੋਵੇਗਾ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਬੱਜ ਜੋਧਾ ਬਹੁ ਪਰਉਪਕਾਰੀ। ਇਹੋ ਜਿਹਾ ਮਹਾਬਲੀ ਸੂਰਮਾ ਸਾਡੇ ਘਰ ਪੈਦਾ ਹੋਵੇਗਾ। ਤਾਂ ਮਹਾਰਾਜ ਕਹਿਣ ਲੱਗੇ ਭਾਈ ਇਹ ਪਰਮਾਤਮਾ ਦੀ ਕਿਰਪਾ ਹੈ, ਵਾਹਿਗੁਰੂ ਦੀ ਕਿਰਪਾ ਹੈ। ਸਮਾਂ ਬੀਤਦਾ ਗਿਆ, ਸਾਧ ਸੰਗਤ ਪ੍ਰਿਥੀ ਚੰਦ ਦਾ ਵਿਰੋਧ ਇਤਨਾ ਵੱਧ ਗਿਆ ਕਿ ਜਿਹੜਾ ਬਚਨ ਬਾਬਾ ਬੁੱਢਾ ਜੀ ਨੇ ਪਹਿਲੇ ਦਿਨ ਕੀਤਾ ਸੀ, ਅੱਜ ਉਹ ਬਚਨ ਦੀ ਵਾਰੀ ਆ ਗਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਛੱਡਣਾ ਪਿਆ ਅਤੇ ਸਾਧ ਸੰਗਤ ਬੜੀਆਂ ਹੋਰ ਸਿੱਖ ਜਿਹੜੇ ਨੇ, ਸਿੱਖਾਂ ਦੇ ਪਰਿਵਾਰ ਗੁਰੂ ਮਹਾਰਾਜ ਜੀ ਨਾਲ ਗਏ ਅਤੇ ਵਡਾਲੀ ਨਗਰ ਜਾ ਕੇ ਵਸਣਾ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕਿਉਂ? ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ। ਪ੍ਰਿਥੀ ਚੰਦ ਨੂੰ ਪਾਪ ਚੰਗਾ ਲੱਗਦਾ ਸੀ, ਭਾਵੇਂ ਗੁਰੂ ਸਪੁੱਤਰ ਹੈ, ਪਰ ਸਾਧ ਸੰਗਤ ਅੰਦਰ ਹੰਕਾਰ ਹੈ, ਅੰਦਰ ਗੁਰਤਾ ਗੱਦੀ ਨੂੰ ਪਾਉਣ ਦੀ ਖਿੱਚ ਹੈ ਕਿ ਮੈਂ ਗੁਰਤਾ ਗੱਦੀ ਕਿਸੇ ਨਾ ਕਿਸੇ ਤਰੀਕੇ ਨਾਲ ਹਾਸਲ ਕਰ ਲਾਂ। ਪਰ ਸਾਧ ਸੰਗਤ ਉਹ ਗੁਰਤਾ ਗੱਦੀ ਜਿਹੜੀ ਹੈ ਨਿਮਰਤਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਹੈ। ਅੱਜ ਨਿਮਰਤਾ ਦੇ ਨਾਲ ਹੀ ਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਛੱਡ ਕੇ ਵਡਾਲੀ ਨਗਰ ਆ ਗਏ। ਵਡਾਲੀ ਨਗਰ ਆ ਕੇ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਟਿਕਾਣਾ ਕੀਤਾ। ਉੱਥੇ ਜਿੱਥੇ ਗੁਰੂ ਸਾਹਿਬ ਜੀ ਵਡਾਲੀ ਨਗਰ ਰਹੇ, ਉੱਥੇ ਹੀ ਕੁਝ ਸਮੇਂ ਬਾਅਦ 3 ਸਾਲ ਦਾ ਸਮਾਂ ਗੁਰੂ ਸਾਹਿਬ ਨੇ ਵਡਾਲੀ ਨਗਰ ਗੁਜ਼ਾਰਨਾ ਕੀਤਾ। ਉਸ ਨਗਰ ਦੇ ਵਿੱਚ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। 6 ਜੂਨ 1556 ਈਸਵੀ ਨੂੰ ਦਿਨ ਐਤਵਾਰ ਅਤੇ ਪੂਰਨਮਾਸ਼ੀ ਵਾਲੇ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। ਅਤੇ ਸਾਧ ਸੰਗਤਾਂ ਦੇ ਵਿੱਚ ਵਧਾਈਆਂ ਹੀ ਵਧਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ। ਇੱਕ ਦੂਜੇ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੰਗਤਾਂ ਨੇ। ਖੁਸ਼ੀ ਪੈਦਾ ਹੋ ਗਈ ਸੰਗਤਾਂ ਦੇ ਵਿੱਚ। ਸਾਧ ਸੰਗਤ ਇੱਕ ਦੂਜੇ ਨੂੰ ਮਠਿਆਈਆਂ ਦੇ ਰਹੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਸੰਗਤਾਂ ਦੂਰ ਦੂਰ ਤੋਂ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਹੈ, ਵਹੀਰਾਂ ਘੱਤ ਕੇ ਗੁਰੂ ਸਾਹਿਬ ਜੀ ਦੇ ਘਰ ਆ ਰਹੀਆਂ ਨੇ, ਸਤਿਗੁਰਾਂ ਨੂੰ ਵਧਾਈਆਂ ਦੇ ਰਹੀਆਂ ਨੇ। ਅਤੇ ਸਾਧ ਸੰਗਤ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਾਧ ਸੰਗਤ ਮੁੱਖ ਰੱਖਦੇ ਹਾਂ ਪ੍ਰਕਾਸ਼ ਨੂੰ ਕਿ ਅੱਜ ਸਾਡੇ ਘਰ ਪੁੱਤਰ ਆਇਆ। ਸਿੱਖ ਸੰਗਤਾਂ ਵਧਾਈਆਂ ਦੇ ਰਹੀਆਂ ਨੇ। ਗੁਰੂ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ ਅਤੇ ਸਾਧ ਸੰਗਤ ਉਹ ਸ਼ਬਦ ਕੀ ਹੈ? ਸੋਰਠ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਸਾਧ ਸੰਗਤ ਸੋਰਠ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਸੰਗਤਾਂ ਬੈਠੀਆਂ ਨੇ ਸਤਿਗੁਰਾਂ ਦੇ ਕੋਲ, ਸਤਿਗੁਰੂ ਜੀ ਉੱਪਰ ਸਿੰਘਾਸਣ 'ਤੇ ਬੈਠੇ ਨੇ, ਸੰਗਤਾਂ ਥੱਲੇ ਸਾਹਮਣੇ ਚਕੋਰਾਂ ਵਾਂਗ ਤੱਕ ਰਹੀਆਂ ਨੇ ਗੁਰੂ ਸਾਹਿਬ ਜੀ ਨੂੰ। ਗੁਰੂ ਸਾਹਿਬ ਜੀ ਚੰਦਰਮਾ ਰੂਪੀ ਸਾਹਮਣੇ ਬੈਠੇ ਹਨ। ਬੜਾ ਸੋਹਣਾ ਮਾਹੌਲ ਬਣਿਆ ਹੋਇਆ। ਬੜੀਆਂ ਦੂਰ ਦੂਰ ਤੋਂ ਸੰਗਤਾਂ ਆ ਕੇ ਵਧਾਈਆਂ ਦੇ ਰਹੀਆਂ ਨੇ ਕਿ ਘਰ ਦੇ ਵਿੱਚ ਪੁੱਤਰ ਆਇਆ ਹੈ। ਅਤੇ ਸਾਧ ਸੰਗਤ ਅੱਜ ਗੁਰੂ ਸਾਹਿਬ ਨੇ ਖੁਸ਼ੀ ਦੇ ਵਿੱਚ ਸ਼ਬਦ ਉਚਾਰਨ ਕੀਤਾ, ਸੋਰਠ ਮਹੱਲਾ ਪੰਜਵਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬੰਨਾ ਰੂਪ ਸਾਨੂੰ ਪੁੱਤਰ ਦੇ ਦਿੱਤਾ ਹੈ। ਬੰਨੇ ਦੇ ਕਈ ਅਰਥ ਨੇ। ਕਈ ਬੰਨਾ ਸਾਧ ਸੰਗਤ ਕਹਿ ਦਿੰਦੇ ਬੰਨ ਲਾ ਦੇਣੀ, ਜਿਵੇਂ ਵੱਡੇ ਵੱਡੇ ਡੈਮ ਇੱਕ ਬੰਨ ਦੇ ਨਾਲ ਰੁਕੇ ਹੋਏ ਨੇ, ਪਾਣੀ ਰੋਕ ਲੈਂਦੇ ਨੇ, ਬੰਨ ਲੱਗਿਆ ਹੁੰਦਾ। ਇੱਕ ਬੰਨਾ ਉਹ ਹੈ, ਪਰ ਇੱਥੇ ਬੰਨੇ ਦਾ ਭਾਵ ਹੈ ਪੁੱਤਰ। ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਪੁੱਤਰ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦਿੱਤੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਦੁੱਖਾਂ ਰੋਗਾਂ ਦਾ ਜਿਹੜਾ ਡੇਰਾ ਹੈ, ਦੁੱਖ ਰੋਗ ਸੰਤਾਪ ਉਤਰੇ, ਸਾਰੇ ਸੰਤਾਪ ਦੁੱਖ ਜਿੰਨੇ ਵੀ ਸਾਰੇ ਖਤਮ ਹੋ ਗਏ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ। ਸਾਰੇ ਸਿੱਖਾਂ ਦੇ ਵਿੱਚ, ਸਿੱਖਣੀਆਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਸਾਧ ਸੰਗਤ ਖੁਸ਼ੀ ਦਾ ਮਾਹੌਲ ਹੈ ਕਿ ਗੁਰੂ ਘਰ ਦੇ ਵਿੱਚ ਪੁੱਤਰ ਆ ਗਿਆ। ਅੱਜ ਗੁਰੂ ਘਰ ਦੇ ਵਿੱਚ ਪੁੱਤਰ ਨੇ ਅਵਤਾਰ ਧਾਰਨ ਕੀਤਾ ਹੈ। ਕਿਉਂਕਿ ਸਾਧ ਸੰਗਤ ਜਨਮ ਹੁੰਦਾ ਹੈ ਆਮ ਇਨਸਾਨ ਦਾ, ਜਨਮ ਹੁੰਦਾ ਸਾਡੇ ਵਰਗਿਆਂ ਦਾ, ਪਰ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ, ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਕਿਉਂਕਿ ਜਨਮ ਮਰਨ ਦੋਹੂ ਮੇ ਨਾਹੀ ਜਨ ਪਰਉਪਕਾਰੀ ਆਏ। ਜਿਹੜੇ ਪਰਉਪਕਾਰ ਕਰਨ ਵਾਸਤੇ ਆਉਂਦੇ ਨੇ ਨਾ, ਉਹਨਾਂ ਨੂੰ ਉਹ ਨਾ ਤਾਂ ਜਨਮ ਦੇ ਵਿੱਚ ਨੇ ਨਾ ਮਰਨ ਦੇ ਵਿੱਚ। ਅਸੀਂ ਕਹਿ ਦਿੰਦੇ ਹਾਂ ਜਨਮ ਦਿਹਾੜਾ, ਜਨਮ ਦਿਹਾੜਾ ਨਹੀਂ। ਸਾਧ ਸੰਗਤ ਉਹਨਾਂ ਦਾ ਹੁੰਦਾ ਪ੍ਰਕਾਸ਼ ਦਿਹਾੜਾ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ, ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਅਤੇ ਸਾਧ ਸੰਗਤ ਪ੍ਰਕਾਸ਼ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਦਾ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਵੀ ਪ੍ਰਕਾਸ਼ ਹੋਇਆ। ਅਸੀਂ ਜਨਮ ਦਿਹਾੜਾ ਨਹੀਂ ਕਹਿਣਾ।
इस करके साध संगत जन्म दिहाड़ा कहना सो रसना जल जाओ जित कहे ठाकुर जूनी। जिहड़ा जूनी कह देवे ना अपने ठाकुर नूं, अपने प्रभु नूं, कहंदे हो रसना ही क्यों ना जल जे। जिहड़ा साडा परमात्मा है गुरु है, तो भाई जन्म मरण दे चक्करां तो रहत है, ते दूजिआं नूं जन्म मरण दे चक्करां तो रहत कर दिंदा है। आप जपै अवरा नाम जपावै, आप जपदे ने ते दूजिआं नूं नाम जपाउंदे ने। ते गुरु हरगोबिंद पातशाह महाराज अज प्रकाश होया। आनंद करहे नर नारी हर हर प्रभ किरपा तारी। आनंद कहते ने खुशी नूं, मंगलाचार, घर दे विच मंगल, घर दे विच साध संगत खुशियां दा माहौल पैदा हो गया। सारे सिख इकट्ठे होके खुशी मना रहे ने। संतो सुख होआ सब थाई, पार ब्रह्म पूर्ण परमेश्वर रब रहिया सबनी जाई। बाबा बुढ़ा जी होर सारियां नूं महाराज उपदेश दे रहे ने, भाई संतो जिहड़े सेवक ने सिख ने उन्हां नूं सारे पासे सुख है। भावें इत्थे, भावें अंमृतसर साहिब की धरती होवे, भावें बडाली नगर होवे, सानू उत्थे भी सुख है, इत्थे भी सुख है। ते साध संगत संतो सुख होआ सब थाई, पार ब्रह्म पूर्ण परमेश्वर रब रहिया सबनी जाई। जिहड़ा परमात्मा कालपुरख वाहिगुरू है सारे पासे रमिया होया है ना, वो जिथे भी परमात्मा का नाम जप लो, जिथे उसका सिमरन कर लो, सिमरन करने वाले नूं उत्थे ही सुख है। जिथे सिमरन करदा है, जिथे नाम जपदा है साध संगत, उन्होंने सिमरन करने वाले नूं किते हरख नहीं। हरख सोग ते रह नियारो ना ही मान अपमाना। वो हरख सोग तो उपर चले जाता है। जिथे सिमरन करने वाला है उसका खुशी विच रहिंदा है। इस करके धुर की बाणी आई तिन सगली चिंत मटाई। जिहड़ी बाणी धुर दी है, वो धुर की बाणी ने सारी चिंतावां दूर कर दित्तियां। सारी साध संगत दुख दरोग संताप कलेश जिहड़े ने सारे दूर हो गए। तिन सगली चिंत मटाई दयाल पुरख मेहरबाना, हर नानक सच वखाणा। सतगुरु जी ने यह वखाण किया है, भाई परमात्मा बड़ा दयालु है, बड़ा कृपालु है। अज साध संगत गुरु हरगोबिंद पातशाह महाराज का प्रकाश होया और सारिया सिख संगतां नूं भाई गुरु अर्जन देव महाराज, गुरु हरगोबिंद पातशाह महाराज जी के प्रकाश दिहाड़ियां लख 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 वधाइयां होण। आओ साध संगत हुण एक शब्द जिहड़ा गुरु अर्जन देव महाराज ने उस वेले उचारण किया, परमेश्वर दिता बन्ना दुख रोग का डेरा भन्ना, आनंद करे नर नारी हर हर प्रभ किरपा तारी। यह शब्द पढ़ के फिर साध संगत आपां समाप्ति भी करनी है। परमेश्वर दीता बन्ना दुख रोग का डेरा पन्ना। परमेश्वर दीता बन्ना दुख रोग का डेरा पन्ना। परमेश्वर दीता बन्ना दुख रोग का डेरा पन्ना। आनंद करे नर नारी, आनंद करे नर नारी, आनंद करे नर नारी, हर हर प्रभ किरपा तारी, हर हर प्रभ किरपा तारी। परमेश्वर दीता बन्ना दुख रोग का डेरा पन्ना। परमेश्वर दीता बन्ना दुख रोग का डेरा पन्ना।
ਆਓ ਸਾਧ ਸੰਗਤ ਹੁਣ ਮਹਾਂਪੁਰਸ਼ਾਂ ਦੀ ਰਸਨਾ ਤੋਂ ਮਹਾਂਪੁਰਸ਼ਾਂ ਦੀ ਰਸਨਾ ਤੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸ ਨੂੰ ਸਫਲ ਬਣਾਓ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ